ना बीजेपी ਨੂੰ ਪਾਉਣੀ ਆ ਨਾ ਕਿਸੇ ਹੋਰ ਨੂੰ ਪਾਉਣੀ ਆ। ਜਿਹੜਾ ਸੰਯੁਕਤ ਮੋਰਚਾ ਅੱਗੇ ਕਰੋ ਉੱਥੇ ਵੋਟ ਪੈਣੀ ਆ। जिस तरह कि आप देख रहे हैं कि आज मार्च है और सारा भारत बंद की कॉल है। सवेरे 6 बजे तो लैके शाम 6 बजे तक सारा भारत सड़कों की आवाजाही ਅੱਜ ਆਪਣਾ ਕਿਸਾਨ ਧਰਨੇ ਵਿੱਚ ਆਏ ਆ ਕਿਉਂਕਿ ਸਰਕਾਰ ਨੂੰ ਲੱਗਦਾ ਵਾ ਕਿ ਕਿਸਾਨ ਕੁਝ ਨਹੀਂ ਕਰ ਸਕਦੇ ਤੇ ਕਿਸਾਨਾਂ ਵੱਲੋਂ ਤੇ ਸਰਕਾਰ ਜੀ ਨੂੰ ਮੈਂ ਦੱਸਣਾ ਚਾਹੂੰਗਾ ਕਿ ਸਰਕਾਰ ਜੀ ਆਓ ਕਿਸਾਨ ਨੇ ਜਿਹੜੇ ਭੂਸੇ ਹੋਏ ਸਾਨਾਂ ਨੂੰ ਤੇ ਬਲਦਾਂ ਨੂੰ ਨੱਥ ਪਾਉਣੀ ਜਾਣਦੇ ਨੇ ਤੇ ਕਿਸਾਨ ਨੂੰ ਤਾਂ ਬਹੁਤ ਹੀ ਜਲਦ ਪਾ ਲੈਣਗੇ। ਤੇ ਪਿਛਲੇ ਦਿਨਾਂ ਹੀ ਜਿਹੜੇ 300 ਸਾਡੇ ਕਿਸਾਨ ਭਾਈ ਸ਼ਹੀਦ ਹੋਏ ਨੇ ਤੇ ਕਿਸਾਨ ਤੇ ਸਰਕਾਰ ਦੀ ਹਲੇ ਵੀ ਅੱਖ ਨਹੀਂ ਖੁੱਲੀ। ਕਿਸਾਨ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਜਲਦ ਤੋਂ ਜਲਦ ਆਪਣੇ ਜਿਹੜੇ 3 ਕਾਲੇ ਕਾਨੂੰਨ ਇਹਨਾਂ ਨੇ ਸਾਡੇ ਤੇ ਲਾਗੂ ਕੀਤੇ ਨੇ ਉਹ ਵਾਪਸ ਕੀਤੇ ਜਾਣ ਤੇ ਕੱਲੀ ਆਹ ਕਿਸਾਨਾਂ ਦੀ ਲੜਾਈ ਨਹੀਂ ਇਹ ਪੂਰੇ ਦੇਸ਼ ਦੀ ਲੜਾਈ ਆ ਕਿਉਂਕਿ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਦਬਾਉਣ ਵਾਸਤੇ ਸਰਕਾਰ ਸੋਚ ਰਹੀ ਆ ਵੀ ਇੱਕ ਇੱਕ ਕਰਕੇ ਤੇ ਕੱਲੇ ਕੱਲੇ ਸਮਾਜ ਨੂੰ ਦਬਾਇਆ ਜਾਵੇ। ਤੇ ਮੈਂ ਆਪਣੇ ਪੂਰੇ ਦੇਸ਼ ਵਾਸੀਆਂ ਨੂੰ ਆਹੀ ਕਹਿਣਾ ਚਾਹੂੰਗਾ ਕਿ ਜਲਦ ਤੋਂ ਜਲਦ ਸਮਝ ਜਾਓ ਆ ਕੱਲੀ ਕਿਸਾਨਾਂ ਦੀ ਲੜਾਈ ਨਹੀਂ ਆ ਹਰ ਇੱਕ ਮਿਡਲ ਕਲਾਸ ਤੇ ਗਰੀਬ ਭਾਈਚਾਰੇ ਦੀ ਲੜਾਈ ਆ ਕਿਉਂਕਿ ਇਹ ਕਹਿੰਦੇ ਨੇ ਵੀ ਸਬਜ਼ੀ ਮੰਡੀਆਂ ਅਸੀਂ ਬੰਦ ਕਰ ਦਿੱਤੀਆਂ ਨੇ ਤੇ ਮੰਡੀਆਂ ਬੰਦ ਕਰਕੇ ਤੁਸੀਂ ਆਪਣੀ ਕੋਈ ਵੀ ਫਸਲ ਕਿਤੇ ਵੀ ਜਾ ਕੇ ਵੇਚ ਸਕਦੇ ਹੋ। ਮੈਨੂੰ ਆ ਸਰਕਾਰ ਤੋਂ ਪੁੱਛਣਾ ਚਾਹੂੰਗਾ ਕਿ ਪਹਿਲਾਂ ਕਿਹੜੀਆਂ ਆਪਣੀ ਅਸੀਂ ਸਬਜ਼ੀ ਮੰਡੀ ਦੇ ਵੇਚ ਨਹੀਂ ਸਕਦੇ ਸੀ ਕੋਈ ਵੀ ਫਸਲ ਕਿਹੜੀਆਂ ਮੰਡੀਆਂ ਪਹਿਲਾਂ ਬੰਦ ਹੋਈਆਂ ਸੀ ਤੇ ਆ ਕਹਿੰਦੇ ਨੇ ਵੀ ਇਹ ਸਾਰਾ ਸਰਕਲ ਪੰਜਾਬ ਤੋਂ ਚੱਲ ਰਿਹਾ। ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨੂੰ ਅੱਤਵਾਦੀ ਦੱਸ ਰਹੇ ਨੇ। 2006 ਦੇ ਵਿੱਚ ਪਿਛਲੇ ਦਿਨੀ ਬਿਹਾਰ ਦੇ ਵਿੱਚ ਕਿਸਾਨਾਂ ਦੇ MSP ਬੰਦ ਕਰ ਦਿੱਤੀ ਗਈ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਤੇ ਕਿਸਾਨਾਂ ਦੀ ਬਿਹਾਰ ਦੇ ਵਿੱਚ ਕਿੰਨੀ ਮਾੜੀ ਦੁਰਦਸ਼ਾ ਹੋਈ ਹੈ। ਤੇ ਮੈਂ ਹੁਣ ਆਹੀ ਕਹਿਣਾ ਚਾਹੂੰਗਾ ਕਿ ਜਲਦ ਤੋਂ ਜਲਦ ਸਮਝਿਆ ਜਾਵੇ ਵੀ ਸਰਕਾਰ ਦੀ ਜਿਹੜੀ ਆ ਸਾਜ਼ਿਸ਼ ਆ ਬਹੁਤ ਵੱਡੇ ਪੈਮਾਨੇ ਤੇ ਹੋ ਰਹੀ ਆ ਤੇ ਆਹ ਸਾਜ਼ਿਸ਼ ਵਿਸ਼ੇਸ਼ ਤੌਰ ਤੇ ਪੂੰਜੀਪਤੀਆਂ ਦੇ ਹੱਕ ਵਿੱਚ ਕੀਤੀ ਗਈ ਆ ਕਿਉਂਕਿ ਸਾਰੀ ਆਪਣੀ ਮੰਡੀਆਂ ਨੂੰ ਸਭ ਨੂੰ ਬੰਦ ਕਰਕੇ ਆ ਸਾਰਾ ਲੈਣ ਦੇਣ ਤੇ ਖਰੀਦਣ ਦਾ ਜਿਹੜਾ ਸਿਸਟਮ ਆ ਕੁਝ ਪੂੰਜੀਪਤੀਆਂ ਦੇ ਹੱਥ ਵਿੱਚ ਦਿੱਤਾ ਜਾ ਰਿਹਾ ਵਾ। ਪੂੰਜੀਪਤੀ ਉਹਨੂੰ ਖਰੀਦ ਲੈਣਗੇ ਤੇ ਉਸ ਤੋਂ ਬਾਅਦ ਆਪਣੀ ਮਰਜ਼ੀ ਨਾਲ ਵੇਚਣਗੇ ਕਿਉਂਕਿ ਜਿਹੜਾ ਕਿਸਾਨ ਭਾਈਚਾਰਾ ਸੀ ਜਦੋਂ ਸਬਜ਼ੀ ਮੰਡੀ ਦੇ ਵਿੱਚ ਸਬਜ਼ੀਆਂ ਜਾਂਦੀਆਂ ਸੀ ਕਿਸਾਨਾਂ ਭਾਈਚਾਰੇ ਦੀ ਤੇ ਉਹ ਕਿਸਾਨ ਭਾਈਚਾਰੇ ਦੇ ਵਿੱਚ ਹਰੇਕ ਮਿਡਲ ਕਲਾਸ ਬੰਦਾ ਤੇ ਗਰੀਬ ਬੰਦਾ ਆਪਣਾ ਜਾ ਕੇ ਉੱਥੋਂ ਸਬਜ਼ੀ ਆਪਣੇ ਝੋਲੇ ਦੇ 3-4 ਦੁਕਾਨਾਂ 'ਤੇ ਜਾ ਕੇ ਸਸਤੇ ਦੇ ਰੇਟ 'ਤੇ ਲੈ ਸਕਦਾ ਸੀ। ਪਰ ਜਦੋਂ ਕੋਈ ਕਾਰਪੋਰੇਟ ਘਰਾਂ ਨੇ ਜਦੋਂ ਇਹਨਾਂ ਨੂੰ ਖਰੀਦ ਲੈਣਗੇ ਤੇ ਉਹ ਆਪਣੀ ਮਰਜ਼ੀ ਦੇ ਨਾਲ ਵਿਦ ਟੈਗ ਲਾ ਕੇ ਉਸ ਤਰੀਕੇ ਨਾਲ ਵੇਚਣਗੇ ਤੇ ਇਹਦੇ ਵਿੱਚ ਇਕੱਲਾ ਕਿਸਾਨਾਂ ਦਾ ਨੁਕਸਾਨ ਨਹੀਂ ਹੈ ਪੂਰੇ ਦੇਸ਼ ਦਾ ਪੂਰੇ ਆਪਣੇ ਗਰੀਬ ਭਾਈਚਾਰੇ ਦਾ ਤੇ ਮਿਡਲ ਕਲਾਸ ਭਾਈਚਾਰੇ ਦਾ ਸਭ ਦਾ ਨੁਕਸਾਨ ਹੋ ਰਿਹਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਾਂ ਨੂੰ ਗੁਲਾਮ ਕਰਨਾ ਦੀ ਸਾਜ਼ਿਸ਼ ਰਚੀ ਜਾ ਰਹੀ ਆ ਬਹੁਤ ਵੱਡੀ ਤੇ ਸਾਨੂੰ ਉਹ ਸਮਝਣੀ ਪਏਗੀ ਤੇ ਜਲਦ ਤੋਂ ਜਲਦ ਸਰਕਾਰ ਨੂੰ ਆ ਦੱਸਣਾ ਚਾਹਾਂਗੇ ਵੀ ਜਲਦ ਤੋਂ ਜਲਦ ਸਮਝ ਜਾਣ ਤੇ ਆਪਣੇ 3 ਕਾਲੇ ਕਾਨੂੰਨ ਆ ਵਾਪਸ ਲਿੱਤੇ ਜਾਣ ਨਹੀਂ ਤਾਂ ਇਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਖਤਮ ਕੀਤੀ ਜਾਏਗੀ। 2022 ਆ ਰਿਹਾ ਉਹਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨੂੰ ਵੋਟ ਪਾਓਗੇ? ਦੇਖੋ ਜੀ ਕਿਸਾਨ ਭਾਈਚਾਰਾ ਜਿਹੜਾ ਵਾ ਉਹ ਆਪਣੇ ਹੱਕਾਂ ਲਈ ਲੜ ਰਿਹਾ ਵਾ ਉਹ ਕਿਸੇ ਪਾਰਟੀ ਨਾਲ ਨਹੀਂ ਆ। ਪਾਰਟੀ ਦਾ ਜਿਹੜਾ ਵੀ ਬੰਦਾ ਆ ਜਾਵੇ ਸਾਨੂੰ ਸਿਰ ਮੱਥੇ ਅਸੀਂ ਕਿਸੇ ਨੂੰ ਆਪਣਾ ਬੋਲਣ ਦਾ ਅਧਿਕਾਰ ਨਹੀਂ ਦੇ ਰਹੇ।
ਅਸੀਂ ਸਾਡਾ ਜਿਹੜਾ ਸਾਥ ਦਊਗਾ ਸਿਰ ਮੱਥੇ ਆ, ਪਰ ਅਸੀਂ ਆਹੀ ਮੰਗਦੇ ਆ ਵੀ ਸਾਡੇ ਜਿਹੜੇ ਬਣਦੇ ਹੱਕ ਨੇ, ਮੌਲਿਕ ਅਧਿਕਾਰ ਜਿਹੜੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਸਾਰਿਆਂ ਨੂੰ ਅਧਿਕਾਰ ਦਿਵਾਏ ਨੇ, ਉਹਨਾਂ ਦੇ ਤਹਿਤ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ। ਉਹ ਮੋਦੀ ਸਾਹਿਬ ਵੀ ਕੋਈ ਆਪਣੇ ਆਪ ਜਾਂ ਕੋਈ ਪੈਰਾਸ਼ੂਟ ਰਾਹੀਂ ਨਹੀਂ ਆਏ, ਉਹ ਵੀ ਸਾਡੀਆਂ ਵੋਟਾਂ ਦੇਣ ਤੋਂ ਬਾਅਦ ਹੀ ਆਏ ਆ। ਕੈਪਟਨ ਸਾਹਿਬ ਵੀ ਪੰਜਾਬ ਦੇ ਵਿੱਚ ਪੈਰਾਸ਼ੂਟ ਰਾਹੀਂ ਨਹੀਂ ਉਤਰੇ, ਉਹ ਵੀ ਸਾਡੀਆਂ ਵੋਟਾਂ ਦੇ ਦੁਆਰਾ ਹੀ ਚੁਣੇ ਗਏ ਆ। ਇਸੇ ਤਰ੍ਹਾਂ ਇੰਨਾ ਹੀ ਸਰਕਾਰਾਂ ਦੇ ਕਾਨੂੰਨ ਲਾਗੂ ਕਰਾਏ ਗਏ ਆ। ਹੁਣ 22 ਦੇ ਵਿੱਚ ਇਲੈਕਸ਼ਨ ਆ ਰਹੇ ਆ, ਉਦੋਂ ਤੁਸੀਂ ਕਿਹੜੇ ਬੰਦੇ ਨੂੰ ਚੁਣੋਗੇ? ਤੁਸੀਂ ਸਟੇਟ ਗਵਰਨਮੈਂਟ ਦੀ ਗੱਲ ਕਰ ਰਹੇ ਹੋ ਕਿ ਨੈਸ਼ਨਲ ਗਵਰਨਮੈਂਟ ਦੀ? ਦੋਨੋਂ ਗਵਰਨਮੈਂਟਾਂ ਦੀ ਗੱਲ ਕਰ ਰਹੇ ਆ, ਦੋਨਾਂ ਦੀ ਕਰ ਰਹੇ ਆ। ਸਰ ਅਸੀਂ ਇਹ ਆਪਣਾ ਤੁਸੀਂ ਪਹਿਲਾਂ ਵੀ ਦੇਖ ਲਓ, ਮੋਦੀ ਸਰਕਾਰ ਪੰਜਾਬ ਨੂੰ ਆਪਣੀ ਗਿਣਤੀ ਦੇ ਵਿੱਚ ਨਹੀਂ ਲੈਂਦੀ। 13 ਦੀਆਂ 13 MP ਸੀਟਾਂ ਉਹ ਸੋਚਦੇ ਮੈਨੂੰ ਮਿਲਣ ਮੈਨੂੰ ਨਾ ਮਿਲਣ, ਉਹ ਤਾਂ ਸਾਨੂੰ ਖਾਲਿਸਤਾਨੀ ਦੱਸਦੇ ਨੇ। ਉਹ ਸਾਡਾ ਹੱਕ ਬਣਦਾ ਦੇ ਹੀ ਨਹੀਂ ਰਹੇ। ਉਹ ਕਹਿੰਦੇ ਉਹਨਾਂ ਨੂੰ ਪਤਾ ਵਾ ਵੀ ਇਹ 2% ਜਿਹੜੀ ਕੌਮ ਆ 80% ਤੇ 98% ਵਾਲਿਆਂ ਨੂੰ ਰੋਟੀ ਖਵਾਉਣ ਵਾਲੀ ਕੌਮ ਆ, ਤੇ 2% ਕੌਮ ਦੀ ਜਿਹੜੀ ਸ਼ਹੀਦੀ ਆ ਉਹ 98% ਸ਼ਹੀਦੀ ਆ। ਤੇ ਦੇਸ਼ ਦੀ ਆਜ਼ਾਦੀ ਵਿੱਚ ਇਹਨਾਂ ਨੇ 98% ਯੋਗਦਾਨ ਪਾਇਆ ਵਾ। ਅਸੀਂ ਸਰਦਾਰ ਭਗਤ ਸਿੰਘ ਦੇ ਬੱਚੇ ਆ, ਅਸੀਂ ਆਪਣੇ ਹੱਕਾਂ ਲਈ ਲੜਨਾ ਜਾਣਦੇ ਆ ਤੇ ਆਪਣੇ ਹੱਕ ਲੈਣੇ ਜਾਣਦੇ। ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹੋਏ ਡਾਕਟਰ ਅੰਬੇਦਕਰ ਮਹਾਸੰਘ ਰਜਿਸਟਰਡ ਪੰਜਾਬ ਦੇ ਗੋਵਿੰਦ ਕੁਮਾਰ, ਜੌਨੀ ਬਿਡਲਾਨ, ਸੋਮਪਾਲ ਸੂਦ, ਰਾਜੂ ਪ੍ਰੈਜ਼ੀਡੈਂਟ ਆਟੋ ਯੂਨੀਅਨ, ਫੌਜੀ ਆਟੋ ਯੂਨੀਅਨ, ਸੋਨੂ ਲਲਤੋਂ, ਰਾਜੂ ਗਾਵੜੀਆ, ਆਸ਼ੂ ਸਨੇਤ ਨੇ ਖੁੱਲ੍ਹੇ ਲਫ਼ਜ਼ਾਂ ਵਿੱਚ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅਸੀਂ ਕਿਸਾਨੀ ਅੰਦੋਲਨ ਦਾ ਪੁਰਜ਼ੋਰ ਸਮਰਥਨ ਕਰਦੇ ਹਾਂ ਅਤੇ ਉਦੋਂ ਤੱਕ ਸਾਡਾ ਸਮਰਥਨ ਕਿਸਾਨੀ ਅੰਦੋਲਨ ਦੇ ਨਾਲ ਰਹੇਗਾ ਜਦੋਂ ਤੱਕ ਸਰਕਾਰ ਦੁਆਰਾ ਬਣਾਏ ਗਏ ਕਾਲੇ ਕਾਨੂੰਨ ਵਾਪਸ ਨਹੀਂ ਕਰ ਲਏ ਜਾਂਦੇ। ਤੁਸੀਂ ਵੋਟ ਪਾਈ? ਬਿਲਕੁਲ ਪਾਈ ਹੈ ਜੀ। ਤੁਹਾਡੀ ਵੋਟ ਹਾਂਜੀ ਸਟੇਟ ਗਵਰਨਮੈਂਟ ਚ ਆਈ? ਬਿਲਕੁਲ ਆਈ। ਸਟੇਟ ਗਵਰਨਮੈਂਟ ਚੋਂ MP ਚੁਣੇ ਗਏ? ਬਿਲਕੁਲ ਚੁਣਿਆ। ਐਮਪੀਆਂ ਨੇ ਦਿੱਲੀ ਚੁਣਿਆ? ਬਿਲਕੁਲ ਚੁਣਿਆ। ਠੀਕ ਹੈ ਨਾ? ਜਿਹੜੀ ਗਲਤੀ ਹੋ ਚੁੱਕੀ ਆ, ਮੈਂ ਉਹੀ ਪੁੱਛ ਰਿਹਾ। ਠੀਕ ਆ ਨਾ, ਜਿਹੜੀ ਗਲਤੀ ਸਾਥੋਂ ਅਸੀਂ ਗਲਤੀ ਪਿੱਛੇ ਰੌਲਾ ਨਹੀਂ ਪਾਉਂਦੇ, ਇੱਧਰ ਆਉਣਾ ਨਹੀਂ ਚਾਹੁੰਦੇ। ਜਿਹੜਾ ਸਾਡਾ ਸੰਯੁਕਤ ਮੋਰਚਾ ਆਰਡਰ ਕਰੂਗਾ ਨਾ, ਜਿਹੜੀ ਪਾਰਟੀ ਨੂੰ ਸਾਡਾ ਸੰਯੁਕਤ ਮੋਰਚਾ ਕਿਸਾਨ ਜਥੇਬੰਦੀ ਆਰਡਰ ਕਰਨਗੀਆਂ, ਅਸੀਂ ਉਹ ਪਾਰਟੀ ਮਗਰ ਤੁਰਾਂਗੇ। ਠੀਕ ਆ, ਅੱਜ ਜਿਹੜਾ ਧਰਨਾ ਇੱਥੇ ਲੱਗ ਰਿਹਾ ਇਹ ਕਿਸੇ ਸਿਆਸੀ ਪਾਰਟੀ ਦਾ ਨਹੀਂ, ਕਿਸੇ ਸਿਆਸੀ ਲੀਡਰ ਦਾ ਨਹੀਂ। ਇੱਥੇ ਇਹ ਪਿੰਡ ਫੁੱਲਾਂ ਤੇ ਨੌਜਵਾਨ ਵੱਲੋਂ ਲਾਇਆ ਜਾ ਰਿਹਾ ਤੇ ਜਿਹਦੇ ਵਿੱਚ ਕੋਈ ਵੀ ਸਿਆਸੀ ਲੀਡਰ ਆਪਦੀਆਂ ਰੋਟੀਆਂ ਨਾ ਸਿੱਕੇ। ਠੀਕ ਆ, ਕੋਈ ਵੀ ਪ੍ਰਧਾਨ ਨਾ ਬਣੇ, ਕੋਈ ਉਹ ਨਾ ਬਣੇ। ਠੀਕ ਆ ਨਾ, ਜਿਹੜੇ ਬੰਦੇ ਮਿਹਨਤ ਕਰ ਰਹੇ ਉਹਨਾਂ ਨੂੰ ਮਿਹਨਤ ਕਰਨ ਦਿਓ, ਸਹਿਯੋਗ ਦਿਓ ਵੱਧ ਤੋਂ ਵੱਧ। ਵੋਟ ਕਿਹਨੂੰ ਪਾਉਂਗੇ? ਬਾਈ ਵੋਟ ਜਿਹੜਾ ਸਾਡਾ ਸੰਯੁਕਤ ਮੋਰਚਾ ਆਰਡਰ ਕਰੂਗਾ ਅਸੀਂ ਉੱਧਰ ਜਾਵਾਂਗੇ। ਠੀਕ ਬਾਈ, ਨਾ BJP ਨੂੰ ਪਾਉਣੀ ਆ ਨਾ ਕਿਸੇ ਹੋਰ ਨੂੰ ਪਾਉਣੀ ਆ, ਜਿਹੜਾ ਸੰਯੁਕਤ ਮੋਰਚਾ ਆਰਡਰ ਕਰੂ ਉੱਥੇ ਵੋਟ ਪੈਣੀ ਆ।